फिरदा है तू मारा मारा, मूर्ख छड़ के मेरा दुआरा। फिरदा है तू मारा मारा, चलिया ना जद तेरा चारा। आया बण में तेरा सहारा, चलिया ना जद तेरा चारा। आया बण में तेरा सहारा, तेरा जोर ते कुवत में हाँ, तेरा जोर ते कुवत में हाँ। हुण ना हिम्मत हार चुक ले मोड़े अपनी सोनी, चुक ले मोड़े अपनी सोनी। खुदे दा करने कार तू, नासरी तैनू बुलावे। पापी सुन ले पुकार तू, नासरी तैनू बुलावे। पापी सुन ले पुकार तू। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਭਰਾਓ ਭੈਣੋ ਅਤੇ ਬੱਚਿਓ, ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਨੂੰ ਇੱਕ ਵਾਰ ਫਿਰ ਆਪਣੀ ਪਾਕ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਆਉਣ ਦਾ ਵਰਦਾਨ ਬਖਸ਼ਿਆ ਹੈ। ਪ੍ਰਭੂ ਯਿਸੂ ਮਸੀਹ ਦੇ ਕੋਲ ਜਦ ਅਸੀਂ ਆਏ ਹਾਂ ਪਵਿੱਤਰ ਪਾਕਮਾ ਦੀ ਕੁਰਬਾਨੀ ਦੇ ਵਿੱਚ ਭਾਗ ਲੈਣ ਦੇ ਲਈ, ਅਸੀਂ ਜਾਣਦੇ ਹਾਂ ਕਿ ਖੁਦਾ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਸਾਡੇ ਦਿਲਾਂ ਵਿੱਚ ਆਉਂਦਾ ਹੈ ਔਰ ਪਵਿੱਤਰ ਵਚਨਾਂ ਦੇ ਰਾਹੀਂ ਖੁਦਾ ਸਾਡੇ ਨਾਲ ਗੱਲਬਾਤ ਕਰਦਾ ਹੈ। ਤਾਂ ਅਸੀਂ ਪ੍ਰਭੂ ਦੇ ਇਹਨਾਂ ਪਾਕ ਭੇਤਾਂ ਨੂੰ ਮਨਾਉਣ ਦੇ ਲਈ ਖੁਦਾ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰੀਏ, ਆਪਣੀਆਂ ਗਲਤੀਆਂ ਗੁਨਾਹਾਂ ਨੂੰ ਚੇਤੇ ਕਰੀਏ, ਖੁਦਾ ਦੇ ਕੋਲ ਮਾਫੀ ਮੰਗੀਏ ਕਿਉਂਕਿ ਪ੍ਰਭੂ ਪਿਆਰ ਅਤੇ ਦਇਆ ਦੇ ਨਾਲ ਭਰਿਆ ਹੋਇਆ ਹੈ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਅਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰੇ, ਐ ਪ੍ਰਭੂ ਦਇਆ ਕਰ। ਐ ਮਸੀਹਾ ਦਇਆ ਕਰੇ, ਐ ਮਸੀਹਾ ਦਇਆ ਕਰ। ਐ ਪ੍ਰਭੂ ਦਇਆ ਕਰੇ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। हे खुदा साडे बाप, साडे मुक्तिदाते दा अते रूह पाक दा वरदान तो सानू दिता है। अपने गोद लए बच्चों उत्ते तरस नाल वेख बख्श दे कि यीशु मसीह उत्ते ईमान लियाउण वाले सारे लोग सच्ची आज़ादी अते सਦੀਵੀ विरसे नूं हासिल कर सकन। साडे प्रभु यीशु मसीह तेरे बेटे दे राहीं जो तेरे नाम रूह पाक दी एकता विच एक खुदा जिउंदा ते राज करदा है सदा तो सदा तीक। आमीन। पाठ पहला। तिमथी दे नाम पहला पत्र उसका 1 बाब 15 ਤੋਂ 17 तक। ਇਹ ਕਹਿਣਾ ਯਕੀਨੀ ਅਤੇ ਪੂਰੀ ਤਰ੍ਹਾਂ
ਮੰਨਣਯੋਗ ਹੈ ਕਿ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿਨ੍ਹਾਂ ਵਿੱਚ ਮੈਂ ਮੋਹਰੀ ਹਾਂ। ਮੇਰੇ ਉੱਤੇ ਮੋਹਰ ਲਾ ਪਾਪੀ ਹੁੰਦਿਆਂ ਇਸ ਲਈ ਰਹਿਮ ਕੀਤਾ ਗਿਆ, ਤਾਂ ਜੋ ਯਿਸੂ ਮਸੀਹ ਸਭ ਤੋਂ ਵੱਧ ਸਬਰ ਮੇਰੇ ਉੱਤੇ ਪ੍ਰਗਟਾਉਂਦਿਆਂ ਮੈਨੂੰ ਉਹਨਾਂ ਦੇ ਲਈ ਨਮੂਨਾ ਪੇਸ਼ ਕਰੇ, ਜੋ ਅਨੰਤ ਜੀਵਨ ਪਾਉਣ ਲਈ ਉਸ ਉੱਤੇ ਈਮਾਨ ਲਿਆਉਣਗੇ। ਯੁਗਾਂ ਯੁਗਾਂ ਦੇ ਰਾਜਾ, ਅਕਾਲ, ਅਦਿੱਖ ਅਤੇ ਇੱਕੋ ਇੱਕ ਖੁਦਾ ਨੂੰ ਆਦਰ ਅਤੇ ਮਹਿਮਾ ਦਿੱਤੇ ਜਾਣ ਸਦਾ ਤੋਂ ਸਦਾ ਤੀਕਰ। ਆਮੀਨ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। मेरा मालिक है तू मेरी सुनेगा, मेरा मालिक है तू मेरी सुनेगा। आसरा मेरा तू ही है खुदा, आसरा मेरा है तू ही खुदा। खुश ना होवण मेरे बैरी मेरे ते, 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 खुश ना होवण मेरे बैरी मेरे ते। ओ ना फुल्लण वेख मैं हाँ डिग पिया, ओ ना फुल्लण वेख मैं हाँ डिग पिया। मेरा मालिक है तू मेरी सुनेगा, मेरा मालिक है तू मेरी सुनेगा। आसरा मेरा तू ही है खुदा, आसरा मेरा तू ही है खुदा, आसरा मेरा तू ही है खुदा। सारी सृष्टि के मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे
ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਅੱਛੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਅੱਛਾ ਫਲ ਲੱਗਦਾ ਹੈ। ਹਰ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ। ਲੋਕੀ ਕੰਡਾਰੀਆਂ ਝਾੜੀਆਂ ਨਾਲੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਕੰਡਿਆਂ ਵਾਲੀ ਬੇਰੀ ਨਾਲੋਂ ਅੰਗੂਰਾਂ ਦੇ ਗੁੱਛੇ। ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ। ਇਸੇ ਤਰ੍ਹਾਂ ਬੁਰਾ ਆਦਮੀ ਆਪਣੇ ਮਨ ਦੇ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ, ਕਿਉਂਕਿ ਜੋ ਆਦਮੀ ਦੇ ਅੰਦਰ ਵਿੱਚ ਭਰਿਆ ਹੈ ਉਹੀ ਉਹ ਆਪਣੇ ਮੂੰਹ ਨਾਲ ਬੋਲਦਾ ਹੈ। ਜਦੋਂ ਕਿ ਤੁਸੀਂ ਮੇਰੀ ਆਗਿਆਵਾਂ ਨੂੰ ਨਹੀਂ ਮੰਨਦੇ ਤਾਂ ਮੈਨੂੰ ਫਿਰ ਪ੍ਰਭੂ ਪ੍ਰਭੂ ਕਹਿ ਕੇ ਕਿਉਂ ਸੱਦਦੇ ਹੋ? ਜੋ ਮੇਰੇ ਕੋਲ ਆਉਂਦਾ ਹੈ, ਮੇਰੀਆਂ ਗੱਲਾਂ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ, ਉਹ ਆਦਮੀ ਕਿਸ ਵਰਗਾ ਹੈ? ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਹਾਂ। ਉਹ ਉਸ ਆਦਮੀ ਦੀ ਤਰ੍ਹਾਂ ਹੈ ਜਿਸ ਨੇ ਘਰ ਬਣਾਉਣ ਲੱਗਿਆ ਡੂੰਘੀ ਜ਼ਮੀਨ ਪੁੱਟ ਕੇ ਪੱਕੀ ਜ਼ਮੀਨ ਉੱਤੇ ਨੀਂਹ ਰੱਖੀ। ਇਸ ਲਈ ਜਦੋਂ ਹੜ੍ਹ ਆਇਆ ਅਤੇ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਉਸ ਘਰ ਨਾਲ ਟਕਰਾਈਆਂ ਤਾਂ ਉਸ ਦਾ ਕੁਝ ਨਾ ਵਿਗੜਿਆ, ਕਿਉਂਕਿ ਉਸ ਦੀਆਂ ਨੀਹਾਂ ਪੱਕੀਆਂ ਅਤੇ ਡੂੰਘੀਆਂ ਸਨ। ਸੋ ਉਹ ਆਦਮੀ ਜੋ ਮੇਰੀਆਂ ਗੱਲਾਂ ਸੁਣਦਾ ਪਰ ਉਹਨਾਂ ਦੀ ਪਾਲਣਾ ਨਹੀਂ ਕਰਦਾ, ਉਹ ਉਸ ਆਦਮੀ ਵਰਗਾ ਹੈ ਜਿਸ ਨੇ ਜ਼ਮੀਨ ਉੱਤੇ ਬਿਨਾਂ ਨੀਂਹ ਪੁੱਟਿਆ ਘਰ ਬਣਾਇਆ। ਇਸ ਲਈ ਜਦੋਂ ਉਸ ਘਰ ਨਾਲ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਟਕਰਾਈਆਂ ਤਾਂ ਉਹ ਡਿੱਗ ਪਿਆ ਅਤੇ ਨਾਸ਼ ਹੋ ਗਿਆ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਅਜ਼ੀਜ਼ ਭੈਣ ਅਤੇ ਭਰਾਓ, ਅੱਜ ਦਾ ਵਿਸ਼ਾ ਇਹ ਹੈ ਭਲਾ ਅਤੇ ਬੁਰਾ, ਗੁੱਡ ਐਂਡ ਬੈਡ। ਅੱਜ ਦੀ ਪਵਿੱਤਰ ਅੰਜੀਲ ਵਿੱਚ ਅਸੀਂ ਸੁਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਫਿਰ ਆਪਣੇ ਚੇਲਿਆਂ ਨੂੰ ਅਤੇ ਲੋਕਾਂ ਨੂੰ ਉਦਾਹਰਨਾਂ ਅਤੇ ਦ੍ਰਿਸ਼ਟਾਂਤਾਂ ਦੇ ਰਾਹੀਂ ਸਿੱਖਿਆ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਉਹਨਾਂ ਦੇ ਜੀਵਨ ਨੂੰ ਜਾਣਦੇ ਸਨ। ਜਿੰਨੇ ਵੀ ਲੋਕ ਯਿਸੂ ਦੇ ਕੋਲ ਆਉਂਦੇ ਹਨ, ਇਹ ਸੋਚਦੇ ਹੋਏ ਕਿ ਅਸੀਂ ਭਈ ਪ੍ਰਭੂ ਦੇ ਕੋਲ ਜਾ ਰਹੇ ਹਾਂ, ਸਾਡੇ ਜੀਵਨ ਦਾ ਹੱਲ ਪ੍ਰਭੂ ਜ਼ਰੂਰ ਦੇਵੇਗਾ। ਔਰ ਅਕਸਰ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਯਿਸੂ ਦੇ ਕੋਲ ਜਾਂਦੇ, ਜੋ ਸੱਚੇ ਮਨ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਛੂਹਦੇ ਵੀ ਸਨ ਤਾਂ ਉਹ ਚੰਗੇ ਹੋ ਜਾਂਦੇ ਸਨ। ਯਿਸੂ ਦੇ ਕੋਲ ਕੋੜੀ ਆਏ, ਅਧਰੰਗੀ ਲੋਕਾਂ ਨੂੰ ਲਿਆਂਦਾ ਗਿਆ, ਇੱਥੋਂ ਤੱਕ ਪ੍ਰਭੂ ਨੇ ਮੁਰਦਿਆਂ ਨੂੰ ਵੀ ਜਿੰਦਾ ਕੀਤਾ। ਅੱਜ ਪ੍ਰਭੂ ਯਿਸੂ ਮਸੀਹ ਦੱਸਦੇ ਹਨ ਭਲਾ ਤੇ ਬੁਰੇ ਦੇ ਬਾਰੇ, ਕਿ ਜਦੋਂ ਅਸੀਂ ਚੰਗੇ ਕੰਮ ਕਰਾਂਗੇ ਤਾਂ ਲੋਕ ਸਾਨੂੰ ਚੰਗੇ ਕਹਿਣਗੇ, ਜੇ ਤੁਸੀਂ ਬੁਰਾ ਕੰਮ ਕਰਦੇ ਹੋ ਤਾਂ ਲੋਕ ਤੁਹਾਨੂੰ ਬੁਰੇ ਕਹਿਣਗੇ। ਤੋ ਭਲਾ ਅਤੇ ਚੰਗਾ ਕਿਹੜਾ ਵਿਅਕਤੀ ਹੈ? ਸੰਤ ਲੂਕਾ ਨੇ ਜੇ ਤੁਸੀਂ ਸੁਣੀ ਹੈ, ਉਹਦਾ 6 ਅਧਿਆਇ 43 ਆਇਤ ਵਿੱਚ ਲਿਖਿਆ ਹੈ ਕਿ ਅੱਛੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਅੱਛਾ ਫਲ ਲੱਗਦਾ ਹੈ। ਇਹਦਾ ਮਤਲਬ ਇਹ ਹੈ ਕਿ ਹਰ ਇੱਕ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ। ਇਹ ਗੱਲ ਕਿੱਥੇ ਜਾ ਕੇ ਮੁੱਕਦੀ ਹੈ? ਖੁਦਾ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ। ਖੁਦਾ ਨੇ ਬੜੀ ਸੁੰਦਰਤਾ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਬਣਾਇਆ, ਫਿਰ ਸਾਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਪ੍ਰਭੂ ਨੇ। ਤੁਸੀਂ ਧਰਤੀ ਉੱਤੇ ਖੁਸ਼ੀ ਮਨਾਓ, ਇੰਜੋਏ ਕਰੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ, ਪਰ ਇਹ ਦੁਰਵਰਤੋਂ ਨਾ ਕਰੋ। ਖੁਦਾ ਦਾ ਧੰਨਵਾਦ ਕਰਦੇ ਹਾਂ। ਹਰ ਇੱਕ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਮੈਂ ਅੱਛਾ ਇਨਸਾਨ ਬਣਾ। ਫਿਰ ਪ੍ਰਭੂ ਜੀ ਕਹਿੰਦਾ ਜਿਵੇਂ ਮੈਂ ਹਾਂ ਤੁਸੀਂ ਵੀ ਉਸੇ ਤਰ੍ਹਾਂ ਬਣੋ। ਜੋ ਈਸਾਈ ਲੋਕ, ਜੋ ਪ੍ਰਭੂ ਨੂੰ ਮੰਨਣ ਵਾਲੇ ਹਨ, ਤਕਰੀਬਨ ਸਾਰੇ ਲੋਕ ਅੱਛਾ ਹੀ ਬਣਨਾ ਚਾਹੁੰਦੇ ਹਨ, ਪਰ ਉਹ ਕਿਵੇਂ ਬੁਰੇ ਬਣ ਜਾਂਦੇ ਹਨ? ਕੁਝ ਹਾਲਾਤਾਂ ਦੇ ਕਾਰਨ,
ਕੋਈ ਇਹੋ ਜਿਹੀਆਂ ਪਰਿਸਥਿਤੀਆਂ ਉਹਨਾਂ ਦੇ ਜੀਵਨ ਵਿੱਚ ਆ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤੇ ਕਿੰਨਾ ਭੋਲਾ ਭਲਾ ਮਾਨਸ, ਕਿੰਨਾ ਚੰਗਾ ਲੱਗਦਾ ਹੈ ਸਾਰਿਆਂ ਨੂੰ। ਪਰ ਜਦੋਂ ਬੱਚਾ ਵੱਧਦਾ ਹੈ ਆਪਣੇ ਸਰੀਰ ਦੇ ਵਿੱਚ, ਆਪਣੀ ਸਮਝ ਦੇ ਵਿੱਚ, ਕਿਸ ਸੁਸਾਇਟੀ ਦੇ ਵਿੱਚ ਆਉਂਦਾ, ਕਿਸ ਪਰਿਵਾਰ ਦੇ ਵਿੱਚ ਆਉਂਦਾ, ਤਾਂ ਉਹਦਾ ਪਾਲਣ ਪੋਸ਼ਣ ਕਿਸ ਪ੍ਰਕਾਰ ਕੀਤਾ ਜਾਂਦਾ ਹੈ, ਤਾਂ ਉਸ ਤਰ੍ਹਾਂ ਉਹ ਬੱਚਾ ਅੱਗੇ ਵੱਧਦਾ ਹੈ। ਅਸੀਂ ਸਾਰੇ ਜਾਣਦੇ ਹਾਂ ਇਸ ਦੇ ਬਾਰੇ, ਅਸੀਂ ਕਿਹੜੇ ਪਰਿਵਾਰਾਂ ਦੇ ਵਿੱਚੋਂ ਆਏ ਹਾਂ, ਸਾਡੇ ਮਾਂ-ਬਾਪ ਦਾ ਕਿੰਨਾ ਵੱਡਾ ਰੋਲ ਹੈ ਸਾਡੇ ਜੀਵਨ ਦੇ ਵਿੱਚ। ਜੇ ਤੁਸੀਂ ਚੰਗੇ ਹੋ ਤਾਂ ਇਹ ਮਾਂ-ਬਾਪ ਦੇ ਸਦਕੇ ਹੈ। ਤਾਂ ਅੱਜ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹਨ, ਇਸ ਲਈ ਖੁਦਾ ਨੇ ਅੱਜ ਸਾਨੂੰ ਇਹ ਵਚਨ ਸੁਣਨ ਦੇ ਲਈ, ਮਨਨ ਚਿੰਤਨ ਕਰਨ ਦੇ ਲਈ ਇਹ ਮੌਕਾ ਦੇ ਦਿੱਤਾ ਹੈ। ਤੁਸੀਂ ਜੋ ਘਰਾਂ ਦੇ ਵਿੱਚ ਬੈਠੇ ਹੋ, ਜਿੱਥੇ ਕਿਤੇ ਵੀ ਤੁਸੀਂ ਸੁਣ ਰਹੇ ਹੋ ਪ੍ਰਭੂ ਦੀ ਬਾਣੀ ਨੂੰ, ਪ੍ਰਭੂ ਦੇ ਵਚਨ ਨੂੰ, ਬੜੇ ਧਿਆਨ ਦੇ ਨਾਲ ਖੁਦਾ ਦੀਆਂ ਗੱਲਾਂ ਨੂੰ ਸੁਣਨਾ, ਸਮਝਣਾ, ਉਹਨਾਂ ਦੇ ਅਨੁਸਾਰ ਚੱਲਣਾ ਹੈ। ਬੁਰੇ ਆਦਮੀ ਦੇ ਬਾਰੇ, ਚੰਗੇ ਆਦਮੀ ਦੇ ਬਾਰੇ ਪ੍ਰਭੂ ਜੀ ਗੱਲਾਂ ਦੱਸਦੇ ਹਨ। ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਲੋਕ ਤੁਹਾਡਾ ਆਦਰ, ਘਰਾਂ ਦੇ ਵਿੱਚ ਨਹੀਂ ਸਮਾਜ ਦੇ ਵਿੱਚ ਆਦਰ ਹੋਵੇਗਾ। ਜਦੋਂ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ, ਕਹਿੰਦੇ ਉਹ ਬੜਾ ਸਿਆਣਾ ਬੰਦਾ ਹੈ, ਬੜਾ ਸਮਝਦਾਰ ਹੈ। ਜੇ ਮੂਰਖਾਂ ਵਾਲੀਆਂ ਗੱਲਾਂ ਕਰਦੇ, ਉਹ ਮੂਰਖ ਆਦਮੀ ਹੈ, ਉਹਨੂੰ ਕੋਈ ਸਮਝ ਨਹੀਂ ਹੈ, ਆਓ ਉਹਦੇ ਤੋਂ ਦੂਰ ਚਲੇ ਜਾਈਏ। ਚੰਗੇ ਆਦਮੀ ਦੇ ਲਾਗੇ ਹਮੇਸ਼ਾ ਲੋਕ ਬੈਠਦੇ ਹਨ, ਕਿਉਂਕਿ ਚੰਗੀਆਂ ਗੱਲਾਂ ਸਿੱਖਣਾ ਚਾਹੁੰਦੇ ਹਨ। ਤਾਂ ਇਹ ਚੰਗੀਆਂ ਗੱਲਾਂ ਕਿੱਥੋਂ ਆਉਣੀਆਂ ਹੈ? ਸਿਆਣਪ ਕਿੱਥੋਂ ਆਉਂਦੀ ਹੈ? ਪਰਮੇਸ਼ਰ ਦੇ ਕੋਲ ਆਉਂਦੀ ਹੈ। ਸੁਲੇਮਾਨ ਨਬੀ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ, ਕਹਿੰਦਾ ਇਹ ਮੇਰੇ ਪਰਮੇਸ਼ਰ ਮੈਨੂੰ ਅਕਲ ਬੁੱਧ ਦਾ ਵਰਦਾਨ ਦੇ। ਕਿਉਂ? ਕਿਉਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰਾਂ। ਗਿਆਨ ਦਾ ਭੰਡਾਰ ਪਰਮੇਸ਼ਰ ਹੈ। ਅੱਜ ਕਾਮਯਾਬੀ, ਸਕਸੈਸ, ਭਾਵੇਂ ਬਿਜ਼ਨਸ ਦੇ ਵਿੱਚ ਹੋਵੇ, ਭਾਵੇਂ ਕਿਸੇ ਵੀ ਕੰਮ ਦੇ ਵਿੱਚ ਕਾਮਯਾਬੀ ਕਰਨੀ, ਤਾਂ ਉਹਦਾ ਕੀ ਹੈ? ਮਿਹਨਤ ਕਰਨੀ ਪਵੇਗੀ। ਆਪਣੇ ਆਪ ਨੂੰ ਐਜੂਕੇਟ ਕਰਨਾ ਹੈ, ਆਪਣੇ ਆਪ ਨੂੰ ਸਿੱਖਿਆ ਪ੍ਰਾਪਤ ਕਰਨੀ ਹੈ। ਐਜੂਕੇਸ਼ਨ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਪੜ੍ਹਨਾ ਹੈ ਅੱਛਾ, ਔਰ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣਾ ਹੈ। ਕੋਵਿਡ ਦੇ ਸਮੇਂ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਹਾਂ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਨੁਕਸਾਨ ਹੋ ਗਿਆ। ਮਾਂ-ਬਾਪ ਜੋ ਕਾਰੋਬਾਰ ਕਰਦੇ ਹਨ, ਉਹਨਾਂ ਦੇ ਵਿੱਚ ਵੀ ਮੁਸ਼ਕਲਾਂ ਆ ਗਈਆਂ। ਪਰ ਬੱਚੇ ਕਿੰਨੇ ਸੀਰੀਅਸ ਹਨ ਆਪਣੀ ਲਾਈਫ ਦੇ ਵਿੱਚ। ਕਈ ਬੱਚੇ ਤਾਂ ਮੈਂ ਦੇਖਦਾ ਹਾਂ ਕੋਈ ਧਿਆਨ ਨਹੀਂ ਦਿੰਦੇ, ਸਾਰੀ ਦਿਹਾੜੀ ਮੋਬਾਈਲ ਹੀ ਯੂਜ਼ ਕਰਦੇ ਰਹਿੰਦੇ ਹਨ। ਤਾਂ ਇਹ ਕਿਸ ਤਰ੍ਹਾਂ ਹੈ? ਖੁਦਾ ਨੇ ਸਾਨੂੰ ਸਮਾਂ ਦਿੱਤਾ ਹੈ ਔਰ ਸਮੇਂ ਦੀ ਕਦਰ ਕਰਨੀ ਹੈ ਆਪਣੇ ਜੀਵਨ ਦੇ ਵਿੱਚ। ਮਾਂ-ਬਾਪ ਦੇ ਅੱਗੇ ਗੁਜ਼ਾਰਿਸ਼ ਹੈ, ਤੁਸੀਂ ਆਪਣੇ ਬੱਚਿਆਂ ਨੂੰ ਮਸੀਹ ਅਸੂਲਾਂ ਦੇ ਮੁਤਾਬਿਕ ਜੀਵਨ ਗੁਜ਼ਾਰਨ ਦੇ ਲਈ ਉਹਨਾਂ ਦੀ ਮਦਦ ਕਰੋ। ਬੱਚੇ, ਤੁਸੀਂ ਵੀ ਆਪਣੇ ਮਾਂ-ਬਾਪ ਦੇ ਆਗਿਆਕਾਰ ਬਣ ਕੇ ਰਹੋ ਤੇ ਧਰਤੀ ਉੱਤੇ ਤੁਸੀਂ ਲੰਮੀ ਉਮਰ ਗੁਜ਼ਾਰੋਗੇ। ਇਹ ਪ੍ਰਭੂ ਦੀ ਬਾਣੀ ਵਿੱਚ ਲਿਖਿਆ ਹੈ। तो एक समझदार इंसान बनना है। वो समझदार संतमती दी इंजील ਉਹਦਾ 7 ਅਧਿਆਇ 24 ਅਧ ਜਦੋਂ ਪੜ੍ਹਦੇ ਹੋ ਤਾਂ ਉਹਦੇ ਵਿੱਚ ਲਿਖਿਆ ਸਮਝਦਾਰ ਇਨਸਾਨ ਕੌਣ ਹੈ। ਅੱਜ ਸੰਤ ਲੂਕਾ ਦੀ ਇੰਜੀਲ ਵਿੱਚ ਵੀ ਉਹੀ ਗੱਲਾਂ ਪ੍ਰਭੂ ਨੇ ਦੱਸੀਆਂ ਹਨ। ਸਮਝਦਾਰ ਇਨਸਾਨ ਜੋ ਪ੍ਰਭੂ ਦੀਆਂ ਗੱਲਾਂ ਨੂੰ ਸੁਣਦਾ ਹੈ, ਉਹਨਾਂ ਦੇ ਅਨੁਸਾਰ ਚੱਲਦਾ ਹੈ, ਫਿਰ ਉਹ ਸਮਝਦਾਰ ਹੈ। ਫਿਰ ਕਹਿੰਦੇ ਉਹ ਸਮਝਦਾਰ ਇਨਸਾਨ ਕੀ ਕਰਦਾ ਹੈ? ਇੱਕ ਟੋਇਆ ਪੁੱਟਦਾ ਹੈ ਔਰ ਆਪਣਾ ਘਰ ਬਣਾਉਂਦਾ ਹੈ, ਨੀਂਹ ਰੱਖਦਾ ਹੈ। ਟੋਇਆ ਪੁੱਟ ਕੇ ਡੂੰਘੀ ਨਹੀਂ ਰੱਖਦਾ ਹੈ, ਘਰ ਚਟਾਨ ਉੱਤੇ ਬਣਾਉਂਦਾ ਹੈ। ਫਿਰ ਉਹ ਘਰ ਸਥਿਰ ਰਹਿੰਦਾ ਹੈ, ਕਾਇਮ ਰਹਿੰਦਾ ਹੈ। ਪਰ ਦੂਸਰੇ ਪਾਸੇ ਕਿਹੜਾ ਬੰਦਾ ਹੈ ਜੋ ਪ੍ਰਭੂ ਦੀਆਂ ਗੱਲਾਂ ਨੂੰ ਸੁਣਦਾ ਹੈ, ਉਹਨਾਂ ਦੇ ਉੱਤੇ ਨਹੀਂ ਵਿਚਾਰ ਕਰਦਾ, ਉਹਨਾਂ ਦੇ ਅਨੁਸਾਰ ਨਹੀਂ ਚੱਲਦਾ, ਉਹ ਇੱਕ ਮੂਰਖ ਇਨਸਾਨ ਦੀ ਤਰ੍ਹਾਂ ਹੈ ਜੋ ਆਪਣਾ ਘਰ ਰੇਤ ਉੱਤੇ ਬਣਾਉਂਦਾ ਹੈ। ਤੋ ਪ੍ਰਭੂ ਨੇ ਦੱਸਦਾ ਹੈ, ਪ੍ਰਭੂ ਨੇ ਕਿਹਾ ਕਿ ਮੇਰੀਆਂ ਗੱਲਾਂ ਨੂੰ ਮੰਨਣਾ, ਉਹਨਾਂ ਦੇ ਅਨੁਸਾਰ ਚੱਲਣਾ ਹੈ। ਤੋ ਕੋਸ਼ਿਸ਼ ਕਰਨੀ ਇੱਕ ਦੂਜੇ ਦੀ ਮਦਦ ਕਰਨ ਦੇ ਲਈ। ਕੋਈ ਵੀ ਪੂਰਨ ਨਹੀਂ ਹੈ ਭੈਣੇ ਤੇ ਭਰਾਓ, ਕੋਈ ਪੂਰਨ ਨਹੀਂ ਹੈ। जब पूर्ण आवेगा अपने आप अपूर्णता खत्म हो जाएगी। पूर्ण कौन है? प्रभु यीशु मसीह। तो प्रभु यीशु मसीह साडे जीवन विच है या नहीं है? प्रभु ਦੀਆਂ ਗੱਲਾਂ ਨੂੰ ਅਸੀਂ ਮੰਨਦੇ ਹਾਂ ਜਾਂ ਨਹੀਂ ਮੰਨਦੇ? ਸਾਡੀ ਜ਼ਿੰਦਗੀ ਵਿੱਚ ਬੜੇ ਤਜਰਬੇ ਆਉਂਦੇ ਹਨ, ਬੜੀਆਂ ਗੱਲਾਂ ਦਾ ਅਸੀਂ ਗਿਆਨ ਹਾਸਲ ਕਰਦੇ ਹਾਂ। ਚੰਗੇ ਸਮੇਂ ਵੀ ਆਉਂਦੇ ਹਨ, ਮਾੜੇ ਸਮੇਂ ਵੀ ਆਉਂਦੇ ਹਨ। ਖੁਦਾ ਦੀ ਬਾਣੀ ਚ ਲਿਖਿਆ ਜੋ ਤੇ ਚੰਗਾ ਸਮਾਂ ਆਵੇ ਤਾਂ ਪਰਮੇਸ਼ਰ ਦਾ ਧੰਨਵਾਦ ਕਰ, ਜੇ ਮਾੜਾ ਸਮਾਂ ਆਵੇ ਤਦ ਵੀ ਧੰਨਵਾਦ ਕਰ, ਕਿਉਂਕਿ ਸੁੱਖ ਅਤੇ ਦੁੱਖ ਦੋਨਾਂ ਦਾ ਕੱਲ੍ਹ ਵਾਲਾ ਪਰਮੇਸ਼ਰ ਆਪ ਹੈ।
तो साडे उत्ते ही निर्भर करता है कि असीं किस तरह दे अपने जीवन नूं गुजारना है। तो प्रभु दे विच रहना, प्रभु दीयां गल्लां ते विचार करना फिर कामयाबी है। प्रभु तो बिना असीं कामयाब नहीं हो सकते। ये सानू सिखाया गया, साडे वड्डियां ने सिखाया। ये पवित्र बाणी जो सानू सिखाउंदी है, साडा धर्म ग्रंथ। संत यूहन्ना दी इंजील ओदा 15 अध्याय दे विच लिखिया है, मैं अंगूर दी असली वेल, तुसीं टहनियां हो। ਉਹਦੀ 7 ਐਤ ਪੜ੍ਹੀਏ ਤਾਂ ਵਿੱਚ ਲਿਖਿਆ ਹੈ, ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ ਤਾਂ ਜੋ ਕੁਝ ਵੀ ਤੁਸੀਂ ਚਾਹੋ ਤੇ ਮੰਗੋ ਤੁਹਾਡੇ ਲਈ ਹੋ ਜਾਵੇਗਾ। ਕੀ ਚਾਹੁੰਦੇ ਹੋ ਤੁਸੀਂ ਆਪਣੇ ਜੀਵਨ ਵਿੱਚ? ਬੱਚੇ ਕੀ ਚਾਹੁੰਦੇ ਹਨ? ਨੌਜਵਾਨ ਕੀ ਚਾਹੁੰਦੇ ਹਨ? ਬਜ਼ੁਰਗ ਕੀ ਚਾਹੁੰਦੇ ਹਨ? ਮਾਂ-ਬਾਪ ਕੀ ਚਾਹੁੰਦੇ ਹਨ? ਜੋ ਤੁਹਾਡੇ ਮਨ ਵਿੱਚ ਇੱਛਾ ਹੈ ਉਹ ਪੂਰੀ ਹੋਵੇਗੀ ਇਸ ਕੰਡੀਸ਼ਨ ਦੇ ਨਾਲ ਕਿ ਤੁਹਾਡੇ ਵਿੱਚ ਖੁਦਾ ਦਾ ਵਚਨ होना चाहिए। खुदा दा वचन की है? क्रियाशील है। काम करना चाहिए तुहाडे विच खुदा दा वचन। ये नहीं भी भाई मैं सुन लिया, सुनते ला नहीं। उहदे उत्ते मनन चिंतन करना, विचार करने दे नाल ही होवेगा। टाइम लगता है, समा लगता है, साडी प्रीख्या हुंदी है। जो कामयाब रहिंदे हन वो जिंदगी दे विच बहुत तरक्की करते हैं। इसलिए कहावतां दे विच लिखिया है, असीं जदों प्रभु वचन पढ़ीए पुराने आत्मनामे दे विचों कहावतां दा ग्रंथ दा 3 अध्याय उहदी 5 आयत विच, तू प्रभु ते विश्वास रख अते अपनी समझ उते भरोसा ना रख। देखो भाई, प्रभु ते विश्वास रखना है। प्रभु जो साडी जिंदगी दा मालिक है। साडी समझ कई बार गलती भी हो सकती है। प्रभु ते भरोसा रखना है। याद रख कि वो तेरे हर काम नूं सफल करेगा, कि वो तेरे काम नूं सफल करे। तू की बनना चाहता अपने जीवन दे विच? किस तरह के जीवन गुजारना चाहता है? चंगा जीवन या बुरा जीवन? भला आदमी बनना चाहता है या बुरा आदमी बनना चाहता है? भले आदमी दे उत्ते बहुत सारा मुश्किलां आउंदियां हन। खुदा दी बाणी च लिखिया है, कहावतां ग्रंथ दा 4 अध्याय 4 आयत पढ़ीए तो कहंदा, मेरे वचनां ते हुक्मां नूं अपने दिन नाल लाई रख तां तू जिउंदा रहेगा। देखो परमेश्वर के वचनां नूं, वचन की है? क्रियाशील है। तो आओ प्रभु का धन्नवाद करिए भैणे ते भराओ, एक चंगे इंसान बनने लई, एक कामयाब इंसान बन प्रभु के नाल जुड़े रहना है, क्योंकि खुदा साडी जिंदगी का मालिक है। अज जो वचन सुनिया है, ये वचन सुनते राही पढ़ते राही खुदा तुहानूं बहुत सारी आशीष अते बरकत देवे। बाप अते बेटा अते रूह पाक दे नाम ते आमीन। खुदा मैं देवा बलिदान, पहले आइया जदों याद करा। तारीफ दा मैं देवा बलिदान, पहले आइया जदों याद करा। विच मेरे नाम बियाबान दे विच लई मेरी सांस। रेहा गुज़रे दिनां विच मेरे नाम बियाबान दे विच लई मेरी सांस। मैं सा होया बेवफा, हो ना होया बेवफा। मैं सा होया बेवफा, हो ना होया बेवफा। मेरे राह विच रेहा निगहबान, पहले आइया जदों याद करा। तारीफ दा मैं देवा बलिदान, पहले आइया जदों याद करा। पहले आइया जदों याद
ਪਿਆਰੇ ਭਰਾਵੋ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। हे खुदा, तू ही सच्ची भक्ति ਅਤੇ ਸ਼ਾਂਤੀ ਦਾ ਸੋਮਾ ਹੈ। ਬਖਸ਼ ਦੇ ਕਿ ਇਸ ਪਾਕ ਭੇਦ ਦੇ ਮਨਾਏ ਜਾਣ ਨਾਲ ਅਸੀਂ ਤੇਰੇ ਮਹਾਨ ਜਲਾਲ ਦੀ ਸਹੀ ਆਰਾਧਨਾ ਕਰ ਸਕੀਏ ਅਤੇ ਤੇਰੇ ਬੱਚਿਆਂ ਵਿੱਚ ਏਕਤਾ ਅਤੇ ਸ਼ਾਂਤੀ ਹੋਰ ਮਜ਼ਬੂਤ ਹੋ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। हे ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੈਨੂੰ ਸਾਡੀ ਉਸਤਤ ਦੀ ਲੋੜ ਨਹੀਂ ਹੈ, ਫਿਰ ਵੀ ਤੇਰੀ ਸ਼ੁਕਰਗੁਜ਼ਾਰੀ ਕਰਨ ਦੀ ਇੱਛਾ ਸਾਡੇ ਲਈ ਤੇਰਾ ਵਰਦਾਨ ਹੈ। ਸਾਡੀ ਧੰਨਵਾਦ ਦੀ ਪ੍ਰਾਰਥਨਾ ਤੇਰੀ ਸ਼ਾਨ ਵਿੱਚ ਵਾਧਾ ਨਹੀਂ ਕਰਦੀ, ਸਗੋਂ ਇਹ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੇਰੇ ਫਜ਼ਲ ਵਿੱਚ ਵਧਣ ਦੇ ਲਈ ਮਦਦ ਦਿੰਦੀ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। हे ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਂ ਨੂੰ ਪਵਿੱਤਰ ਕਰੇ, ਤਾਂ ਜੋ ਸਾਡੇ ਲਈ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਅਤੇ ਇਸ ਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਇਹ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਅਤੇ ਇਸ 'ਚ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। हे ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਛਡਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੁੱਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਤੇ ਫੈਲੀ ਹੋਈ ਆਪਣੀ ਯਾਦ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨਾਂ ਨੂੰ ਅਤੇ ਸਾਰੇ ਪ੍ਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੂਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਰਨ ਵਿੱਚ ਸਵਾਗਤ ਕਰ
ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੇ ਤੇ ਵਿਦਿਆਕ ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਸੰਤ ਯੂਸਫ ਦੇ ਨਾਲ ਧੰਨ ਰਸੂਲਾਂ ਨਾਲ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੀ ਕੌਮ ਨੂੰ ਖੁਸ਼ ਕੀਤਾ ਹੈ ਅਸੀਂ ਸਿੱਧੀ ਵੀ ਜੀਵਨ ਦੇ ਵਾਰਸ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੀ ਬੇਟੀ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸੇ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਏ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਸਰ ਮਿਲ ਕੇ ਖੁਦਾ ਦਾ ਰਾਜ ਹੋਣ ਲਈ ਦੁਆ ਕਰੀਏ ਜੋ ਪ੍ਰਭੂ ਨੇ ਸਾਨੂੰ ਸਿਖਾਇਆ ਅਤੇ ਆਖੀਏ ਆਏ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ ਆਪਣੇ ਰਹਿਮ ਨਾਲ ਸਾਡੇ ਦਿਲਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ ਜਿਵੇਂ ਬਿਮਾਰੀ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤਿਦਾਰ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹਾ ਤੂਨੇ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ ਤੋ ਜਿਉਂਦਾ ਤਰਾਸ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਇਹ ਖੁਦਾ ਦੇ ਲੀਲਾ ਹੈ ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਤਾਂ ਅਸੀਂ ਸਾਰੇ ਜੋ ਉਸ ਦੇ ਭੋਜਨ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ ਮੈਂ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ ਪਰ ਇੱਕ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। तू जिंदगी दे यीशु तू वाल दे रोटी तू जिंदगी दे यीशु तू वाल दे आबे हयात नाल तू सानू प्याल दे आबे हयात नाल तू सानू प्याल दे रोटी तो जिंदगी दी यीशु खुआल दे रोटी तो जिंदगी दी यीशु खुआल दे। पापां दे नाल हो गए गंदे पलीत मन
ਪਾਪਾਂ ਦੇ ਨਾਲ ਹੋ ਗਏ ਗੰਦੇ ਪਲੀਤ ਮਨ, ਉਹਨਾਂ ਨੂੰ ਆਪਣੇ ਖੂਨ ਵਿੱਚ ਯਿਸੂ ਨਹਾਲ ਦੇ, ਉਹਨਾਂ ਨੂੰ ਆਪਣੇ ਖੂਨ ਵਿੱਚ ਯਿਸੂ ਨਹਾਲ ਦੇ। ਰੋਟੀ ਤੋਂ ਜ਼ਿੰਦਗੀ ਦੀ ਯਿਸੂ ਖਵਾਲ ਦੇ, ਰੋਟੀ ਤੋਂ ਜ਼ਿੰਦਗੀ ਦੀ ਯਿਸੂ ਖਵਾਲ ਦੇ, ਯਿਸੂ ਖਵਾਲ ਦੇ, ਯਿਸੂ ਖਵਾਲ ਦੇ। ਅਸੀਂ ਪ੍ਰਾਰਥਨਾ ਕਰੀਏ। हे खुदा ਸਾਡੇ ਬਾਪ, ਆਪਣੇ ਅਲਤਾਰ ਤੋਂ ਆਪਣੀ ਪਾਕ ਬਾਣੀ ਅਤੇ ਜੀਵਨ ਦੀ ਰੋਟੀ ਨਾਲ ਆਪਣੀ ਇਮਾਨਦਾਰਾਂ ਨੂੰ ਰਜ਼ਾਉਂਦਾ ਤੇ ਨਵਾਂ ਕਰਦਾ ਹੈ। ਆਪਣੇ ਬੇਟੇ ਦੀਆਂ ਇਹਨਾਂ ਸੁਗਾਤਾਂ ਦੇ ਰਾਹੀਂ ਸਾਡੀ ਮਦਦ ਕਰ, ਤਾਂ ਜੋ ਅਸੀਂ ਈਮਾਨ ਵਿੱਚ ਲਗਾਤਾਰ ਤਰੱਕੀ ਕਰਦੇ ਹੋਏ ਉਸਦੇ ਅਨੰਤ ਜੀਵਨ ਵਿੱਚ ਹਿੱਸੇਦਾਰ ਬਣ ਸਕੀਏ। ਉਹੀ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਪਾਕ ਦੀ ਕੁਰਬਾਨੀ ਚੜਾਈ ਗਈ ਖੁਦਾ ਦੀ ਸ਼ਾਂਤੀ ਅਤੇ ਪਿਆਰ ਵਿੱਚ ਜਾਈਏ। खुदा दा शुक्र होवे। दुआ याद गए याद कर निहायत मेहरबान कुआरी मरियम, पई कदी ने सुनिया गया कि कोई भी तेरी पनाह लभदिया तेरी मदद चाहुंदिया तेरी सिफारिश मंगदिया ते तू खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नासी आउंदा हां अते तेरे अगे खलो के मैं गुनाही रोंदा हां। ऐ तारे है कलाम दी मां, तू मेरी अचन हकी न जाने, सगों मेहरबानी नाल सुन अते कबूल कर। आमीन। शांति दी रानी मां मरियम साडे लिए दुआ कर। सना हमेशा रब दी होवे सना, रब दी होवे सना हमेशा रब दी होवे सना। होवे सदा वड्याई, रब दी होवे सदा वड्याई, उस दे नाम दी सना, उस दे नाम दी सना हमेशा रब दी होवे सना, रब दी होवे सना हमेशा रब दी होवे सना, रब दी हो